हाय फ्रेंड्स, आई एम दीप। वेलकम बैक टू दीप स्टडी कॉर्नर। ਅੱਜ ਆਪਾਂ ਪੀਪੀਐਸਸੀ ਐਨਾਲਿਸਟ ਦਾ ਐਗਜ਼ਾਮ ਜੋ ਕਿ ਫੈਬ 2022 ਵਿੱਚ ਕੰਡਕਟ ਕਰਵਾਇਆ ਗਿਆ ਸੀ, ਇਸ ਦੇ ਪੇਪਰ ਨੂੰ ਐਨਾਲਿਸਿਸ ਕਰਨਾ। ਇਸ ਦੇ ਇੱਕ ਪਾਰਟ ਨੂੰ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਆਪਣੀ ਪ੍ਰੀਵੀਅਸ ਵੀਡੀਓ ਦੇ ਅੰਦਰ, ਜਿਸ ਦੇ ਵਿੱਚ ਆਪਾਂ ਹਿਸਟਰੀ ਦੇ ਕੁਐਸਚਨਸ ਨੂੰ ਐਨਾਲਾਈਜ਼ ਕਰ ਰਹੇ ਸੀ ਕਿ ਹਿਸਟਰੀ ਵਿੱਚੋਂ ਟੋਟਲ ਕਿੰਨੇ ਕੁਐਸਚਨ ਪੁੱਛੇ ਗਏ ਸੀ। ਟੋਟਲ 13 ਕੁਐਸਚਨ ਪੁੱਛੇ ਗਏ ਸੀ। मैक्सिमम क्वेश्चन जो सी मॉडर्न हिस्टरी विचों सी, एक क्वेश्चन एंशियंट हिस्टरी विचों सी एंड 2 to 3 क्वेश्चन जिहड़े सीगे मीडिएवल हिस्टरी दे विचों सी। 7 क्वेश्चन आपां ऑलरेडी डिस्कस कर चुके हैं विद एक्सप्लेनेशन। अगर हजे तक तुसीं वो पार्ट नहीं देखिया तो मैं डिस्क्रिप्शन के अंदर उसका लिंक ऐड कर दांगी, तुसीं उस दे उपर जाके विजिट कर सकते हो। इस तो इलावा आपां पॉलिटी की प्रीवियस ईयर क्वेश्चन भी ऑलरेडी स्टार्ट कर चुके हैं, उसकी प्लेलिस्ट भी चैनल के उपर बनी हुई है, तो तुसी उसनों भी जाके देख सकते हो। फ्रेंड्स, आज जो क्वेश्चन रहेगा अपना, इसका सीक्वेंस रहेगा क्वेश्चन नंबर 8 तो। इस तो पहला जो 1 तो लैके 7 तक क्वेश्चन ने वो आप इस प्रीवियस पार्ट नंबर 4 के अंदर ऑलरेडी डिस्कस कर चुके हैं। अज की वीडियो के अंदर आप डिस्कस करांगे 8 तो लैके 13 तक क्वेश्चन। A purely Indian concern founded in 1895 are। ਜਦੋਂ 1895 ਦਾ टाइम पीरियड सी ਤਾਂ इंडिया ਦੀ ਜਿਹੜੀ ਪੂਰੀ ਕੰਸਰਨ ਸੀ, ਉਹਨਾਂ ਦਾ ਫੋਕਸ ਸੀ ਕਿਸ ਚੀਜ਼ ਦੇ ਉੱਪਰ ਸੀ। ਇਸ ਦਾ ਰਾਈਟ ਆਨਸਰ ਹੈ ਪੰਜਾਬ ਨੈਸ਼ਨਲ ਬੈਂਕ, ਜਿਸ ਨੂੰ PNB ਵੀ ਕਹਿੰਦੇ ਆ। ਪੰਜਾਬ ਨੈਸ਼ਨਲ ਬੈਂਕ ਜੋ ਸੀਗੀ ਫਸਟ ਸਵਦੇਸ਼ੀ ਬੈਂਕ ਸੀ ਇੰਡੀਆ ਦੀ, ਫਸਟ ਸਵਦੇਸ਼ੀ ਬੈਂਕ ਸੀਗੀ ਇੰਡੀਆ ਦੀ, ਅਤੇ ਇੱਕ ਪਹਿਲੀ ਇਹੋ ਜਿਹੀ ਬੈਂਕ ਸੀ ਜਿਹਨੂੰ ਪਿਓਰਲੀ ਇੰਡੀਅਨਸ ਹੀ ਮੈਨੇਜ ਕਰਦੇ ਸੀਗੇ, ਇੰਡੀਅਨਸ ਦੀ ਕੈਪੀਟਲ ਦੁਆਰਾ। ਪਿਓਰਲੀ ਮੈਨੇਜਡ ਬਾਈ ਇੰਡੀਅਨਸ ਵਿਦ ਇੰਡੀਅਨ ਕੈਪੀਟਲ। ਇੰਡੀਅਨਸ ਖੁਦ ਆਪਣੀ ਕੈਪੀਟਲ ਦੇ ਨਾਲ, ਆਪਣੇ ਪੈਸੇ ਦੇ ਨਾਲ ਪਿਓਰਲੀ ਇਸ ਨੂੰ ਮੈਨੇਜ ਕਰਦੇ ਸੀਗੇ। ਇਹ ਜਿਹੜੀ ਹੈਗੀ ਆ ਬਣੀ ਕਦੋਂ ਸੀ, ਇਸਟੈਬਲਿਸ਼ ਕੀਤੀ ਗਈ ਸੀ, ਇਹਦੇ ਫਾਊਂਡਰ ਸੀਗੇ ਦਿਆਲ ਸਿੰਘ ਮਜੀਠੀਆ ਐਂਡ ਲਾਲਾ ਲਾਜਪਤ ਰਾਏ। ਇਹਨਾਂ ਦੇ ਫਾਊਂਡਰ ਸੀ। ਇਹਨਾਂ ਨੇ ਇਸ ਨੂੰ ਇਸਟੈਬਲਿਸ਼ ਕੀਤਾ ਸੀ 19 ਮਈ 1894 ਦੇ ਵਿੱਚ, ਬਟ ਇਹ ਫੋਰਸ ਵਿੱਚ ਆਈ ਸੀ April 12 1895 ਦੇ ਵਿੱਚ। ਫੋਰਸ ਦੇ ਵਿੱਚ ਆਈ ਸੀ। ਪਹਿਲੇ ਇਸ ਨੂੰ ਇਸਟੈਬਲਿਸ਼ ਕੀਤਾ ਗਿਆ ਸੀ ਜਿਹਦਾ ਹੈੱਡਕੁਆਟਰ ਸੀਗਾ ਲਾਹੌਰ ਦੇ ਵਿੱਚ ਸੀ, ਬਟ ਆਫਟਰ ਇੰਡੀਪੈਂਡੈਂਸ ਜਿਹਦਾ ਹੈੱਡਕੁਆਟਰ ਆ ਸ਼ਿਫਟ ਕਰ ਲਿਆ ਗਿਆ। ਹੁਣ ਇਹਦਾ ਹੈੱਡਕੁਆਟਰ ਕਿੱਥੇ ਆ? ਨਿਊ ਦਿੱਲੀ ਦੇ ਅੰਦਰ। ਇਸ ਨੂੰ ਨੈਸ਼ਨਲਾਈਜ਼ ਕੀਤਾ ਗਿਆ ਸੀਗਾ। ਨੈਸ਼ਨਲਾਈਜ਼ ਕਦੋਂ ਹੋਈ ਸੀ ਬੈਂਕ? ਇਹ ਜੁਲਾਈ 1969 ਦੇ ਅੰਦਰ। ਐਂਡ ਜੋ ਲਾਲਾ ਲਾਜਪਤ ਰਾਏ ਨੇ, ਉਹਨਾਂ ਨੂੰ ਪੰਜਾਬ ਕੇਸਰੀ ਵੀ ਬੋਲਦੇ ਨੇ। ਪੰਜਾਬ ਕੇਸਰੀ ਉਹ ਫਰੀडम फाइटर ਸੀਗੇ ਤੇ ਉਹਨਾਂ ਨੇ ਹੋਮ ਰੂਲ ਲੀਗ ਨੂੰ ਵੀ ਫਾਊਂਡ ਕੀਤਾ ਸੀਗਾ, ਅਤੇ ਸਾਈਮਨ ਕਮਿਸ਼ਨ ਦਾ ਜੋ ਪ੍ਰੋਟੈਸਟ ਕਰਦੇ ਟਾਈਮ ਉਹਨਾਂ ਦੀ ਡੈਥ ਵੀ ਹੋ ਜਾਂਦੀ ਆ। ਕੁਐਸਚਨ ਨੰਬਰ 9, ਵਿਦ ਰੈਫਰੈਂਸ ਟੂ ਰਾਜਾ ਰਾਮ ਮੋਹਨ ਰਾਏ ਵਿਚ ਆਫ ਦ ਫੋਲੋਇੰਗ ਸਟੇਟਮੈਂਟ ਇਜ਼ ਆਰ ਕਰੈਕਟ। ਰਾਜਾ ਰਾਮ ਮੋਹਨ ਰਾਏ ਦੇ ਬਾਰੇ ਅਗਰ ਗੱਲ ਕਰੀਏ ਤਾਂ ਉਹਨਾਂ ਦੇ ਬਾਰੇ ਇਹਨਾਂ ਸਟੇਟਮੈਂਟ ਦੇ ਵਿੱਚੋਂ ਕਿਹੜੀ ਸਟੇਟਮੈਂਟ ਬਿਲਕੁਲ ਕਰੈਕਟ ਹੈ, ਸਹੀ ਹੈ, ਆਪਾਂ ਦੱਸਣਾ। ਫਸਟ ਸਟੇਟਮੈਂਟ ਕੀ ਕਹਿੰਦੀ ਆ? He believed that English education would open the gates of liberal thoughts of English in India। ਕਿ ਉਹ ਸੋਚਦੇ ਸੀ ਕਿ ਅਗਰ ਇੰਗਲਿਸ਼ ਐਜੂਕੇਸ਼ਨ ਹੋਊਗੀ ਤਾਂ ਜੋ ਹੈ ਲਿਬਰਲ ਥਾਟ ਜਿਹੜੇ ਹੈਗੇ ਆ ਉਹਨਾਂ ਦੇ ਲਈ ਇੱਕ ਰਸਤਾ ਖੁੱਲ੍ਹ ਜਾਵੇਗਾ। ਬਿਲਕੁਲ, ਬਿਕੋਜ਼ ਉਹ ਮਾਡਰਨ ਜੋ ਹੈ ਐਜੂਕੇਸ਼ਨ ਦੇ ਹੱਕ ਵਿੱਚ ਸੀਗੇ। ਉਹਨਾਂ ਨੇ ਸਪੋਂਸਰ ਕੀਤਾ ਐਜੂਕੇਸ਼ਨ ਆਫ ਹਿੰਦੂ ਕਾਲਜ, ਕਿ ਉਹਨਾਂ ਨੇ ਜਿਹੜੇ ਹਿੰਦੂ ਕਾਲਜ ਆ ਉਸਨੂੰ ਵੀ ਖੋਲ੍ਹਣਾ ਚਾਹਿਆ। ਬਿਲਕੁਲ, ਉਹਨਾਂ ਨੇ ਹਿੰਦੂ ਕਾਲਜ ਖੋਲ੍ਹਿਆ ਸੀ 1819 ਦੇ ਅੰਦਰ, 1817 ਔਰ 1819 ਦੇ ਅੰਦਰ ਉਹਨਾਂ ਨੇ ਹਿੰਦੂ ਕਾਲਜ ਖੋਲ੍ਹਿਆ ਸੀ। ਫਰੀडम ਆਫ ਪ੍ਰੈਸ ਦੇ ਲਈ ਵੀ ਕਾਫੀ ਜ਼ਿਆਦਾ ਉਹਨਾਂ ਨੇ ਫਾਈਟ ਕੀਤੀ। ਉਹ ਫਸਟ ਮੈਨ ਸੀਗੇ ਜਿਨ੍ਹਾਂ ਨੇ ਇਨੈਂਸ਼ੀਏਟ ਕੀਤਾ ਮੈਨਸ ਦੇ ਹੱਕਾਂ ਦੇ ਲਈ। ਬਿਲਕੁਲ, ਇਹ ਤਿੰਨੋਂ ਸਟੇਟਮੈਂਟ ਸਹੀ ਨੇ। ਹੀ ਕੈਨੋਟ ਬੀ ਕਾਲਡ ਐਜ਼ ਪ੍ਰੋਫਿਟ ਆਫ ਹਿਊਮੈਨਿਟੀ, ਇਹ ਜਿਹੜੀ ਹੈਗੀ ਆ ਬਿਲਕੁਲ ਗਲਤ ਆ, ਬਿਕਾਜ਼ ਉਹ ਹਿਊਮੈਨਿਟੀ ਦੇ ਪ੍ਰੋਫਿਟ ਸੀਗੇ। ਇਹ ਸਟੇਟਮੈਂਟ ਗਲਤ ਹੋ ਗਈ। ਆਪਾਂ ਨੂੰ ਕੀ ਪੁੱਛਿਆ ਉਹਨਾਂ ਨੇ? ਬਿਲਕੁਲ ਕਰੈਕਟ ਸਟੇਟਮੈਂਟ ਪੁੱਛੀ ਹੈ, ਤਾਂ ਪਹਿਲੀਆਂ 3 ਸਟੇਟਮੈਂਟ ਸਹੀ ਹੋ ਗਈਆਂ। ਆਪਸ਼ਨ ਨੰਬਰ B, ਫਸਟ 2 ਐਂਡ 3। ਜੋ ਰਾਜਾ ਰਾਮ ਮੋਹਨ ਰਾਏ ਨੇ, ਇਹਨਾਂ ਨੂੰ फादर ऑफ मॉडर्न इंडिया भी बोलते हैं, फादर ऑफ
मॉडर्न इंडिया, ये भी तुसी याद रखना। Whom did Ahmad Shah Abdali defeat in 1752 to occupy Lahore? ਅਹਿਮਦ ਸ਼ਾਹ ਅਬਦਾਲੀ ਨੇ ਕਿਸ ਨੂੰ ਹਰਾਇਆ ਸੀ 1752 ਦੇ ਵਿੱਚ ਲਾਹੌਰ ਨੂੰ ਆਕੂਪਾਈ ਕਰਨ ਦੇ ਲਈ? ਇਸ ਦਾ ਰਾਈਟ ਆਂਸਰ ਹੈ ਮੋਇਨ ਉਲ ਮੁਲਕ। ਜੋ ਮੋਇਨ ਉਲ ਮੁਲਕ ਹੈ ਉਸ ਦਾ ਅਦਰ ਨੇਮ ਸੀ ਮੀਰ ਮੰਨੂ। ਮੀਰ ਮੰਨੂ ਐਂਡ ਮੋਇਨ ਉਲ ਮੁਲਕ ਸੇਮ ਪਰਸਨ ਦੇ ਹੀ ਨੇਮ ਸੀਗੇ। ਜੋ ਮੀਰ ਮੰਨੂ ਸੀ ਉਹ ਮੁਗਲ ਗਵਰਨਰ ਸੀ ਪੰਜਾਬ ਦਾ। ਮੁਗਲ ਗਵਰਨਰ ਆਫ ਪੰਜਾਬ ਜੋ ਸੀ ਮੀਰ ਮੰਨੂ ਸੀ ਐਟ ਦੈਟ ਟਾਈਮ। ਉਸ ਟਾਈਮ 'ਤੇ ਬੈਟਲ ਆਫ ਲਾਹੌਰ ਹੁੰਦੀ ਆ, ਬੈਟਲ ਆਫ ਲਾਹੌਰ ਜੋ ਕਿ 1752 ਦੇ ਵਿੱਚ ਹੁੰਦੀ ਆ, ਜਿਸ ਦੇ ਵਿੱਚ ਜੋ ਹੈ ਅਹਿਮਦ ਸ਼ਾਹ ਅਬਦਾਲੀ ਜੋ ਜਿੱਤ ਜਾਂਦਾ, ਜੋ ਮੀਰ ਮੰਨੂ ਹੈ ਉਹ ਹਾਰ ਜਾਂਦਾ ਆ। ਫਿਰ ਲਾਹੌਰ ਦੇ ਉੱਪਰ ਜੋ ਹੈ ਅਹਿਮਦ ਸ਼ਾਹ ਅਬਦਾਲੀ ਦੀ ਜਿਹੜੀ ਹੈਗੀ ਆ ਆਕੂਪੇਸ਼ਨ ਹੋ ਜਾਂਦੀ ਹੈ, ਉਸ ਦਾ ਕਬਜ਼ਾ ਹੋ ਜਾਂਦਾ ਆ। Which one of these animals was not represented on the seals and terracotta art of Harappan culture? जो ये क्वेश्चन है एंशियंट हिस्ट्री ਦੇ ਵਿੱਚੋਂ ਆਇਆ। जो सिविलाइजेशन वाला टॉपिक है ना फ्रेंड्स, एंशियंट हिस्ट्री ਵਿੱਚੋਂ बहुत ही ज़्यादा इंपॉर्टेंट है। ये बिल्कुल बेसिक क्वेश्चन है, फैक्चुअल जो है इन्फॉर्मेशन सारी पूछी हुई है, फैक्ट ਦੇ बेस्ड क्वेश्चन आ। तुसी एंशियंट हिस्ट्री अगर तुसी छड्ड रहे हो तो बिल्कुल भी ना छड्डो, ये टॉपिक जो है ये वाला चैप्टर है, इन्हूं तुसी प्रिपेयर कर लो। विच वन ऑफ दीज एनिमल ਜਿਹੜੇ ਹੈਗੇ ਇਹਨਾਂ ਵਿੱਚੋਂ ਕਿਹੜਾ ਐਨੀਮਲ ਜੋ ਹੈ ਹੜੱਪਾ ਕਲਚਰ ਦੇ ਟਾਈਮ ਤੋਂ ਜੋ ਟੈਰਾਕੋਟਾ ਹੁੰਦੇ ਸੀ, ਸੀਲਸ ਹੁੰਦੀਆਂ ਸੀ, ਉਹਨਾਂ ਦੇ ਉੱਤੇ ਇਹਨਾਂ ਵਿੱਚੋਂ ਕਿਹੜਾ ਐਨੀਮਲ ਜੋ ਦੇਖਣ ਨੂੰ ਨਹੀਂ ਮਿਲਦਾ ਸੀ? ਤਾਂ ਇਸ ਦਾ ਰਾਈਟ ਆਂਸਰ ਹੈ ਕਾਊ। ਦੇਖੋ ਜੋ ਯੂਨੀਕੋਰਨ ਆ ਉਸ ਨੂੰ ਕਹਿੰਦੇ ਨੇ ਬੁੱਲ। ਜੋ ਇਹ ਤਾਂ ਜਿਹੜੇ ਹੈਗੇ ਨੋਰਮਲੀ ਪਾਏ ਜਾਂਦੇ ਸੀਗੇ, ਤੇ ਉਸ ਤੋਂ ਇਲਾਵਾ ਜਿਹੜੇ ਹਾਰਸ ਨੇ, हॉर्स के बारे बिल्कुल अननोन सीगे। ये वाली सिविलाइजेशन जोड़े परसन ने उस टाइम ते हॉर्स बारे अवेयर नहीं सीगे। इस तो इलावा ये तो सिर्फ ऑप्शन विच काओ पिया, कोई होर एनीमल पा के तुहानूं पूछ सकदे हो तो देख लो। काओ, कैमल, हॉर्स एंड लॉइन ਜਿਹੜੇ ਇਹ ਵਾਲੇ ਸੀਗੇ ਇਹ ਸੀल्स ਦੇ ਉੱਪਰ ਨਹੀਂ ਮਿਲਦੇ ਸੀ। ਕਾਓ, ਕੈਮਲ, ਹਾਰਸ ਐਂਡ ਲੋਇਨ। ਜੋ ਆਮ ਪਾਏ ਜਾਂਦੇ ਸੀ ਟਾਈਗਰ, ਯੂਨੀਕॉर्न ਜਿਸ ਨੂੰ ਬੁੱਲ ਕਹਿੰਦੇ ਆ, ਤੇ ਰਾਈਨੋਸੌਰਸ। ਦ ਫੇਮਸ ਡਰਾਮਾ ਮੁਦਰਾਕਸ਼ ਵਾਜ਼ ਰਿਟਨ ਬਾਈ। ਜੋ ਮੁਦਰਾਕਸ਼ ਦਾ ਫੇਮਸ ਡਰਾਮਾ ਹੈ ਇਹ ਕਿਸ ਦੁਆਰਾ ਲਿਖਿਆ ਗਿਆ ਸੀ? ਇਹ ਲਿਖਿਆ ਗਿਆ ਸੀ ਵਿਸ਼ਾਖਾ ਦੱਤ ਦੇ ਬਾਰੇ। ਜੋ ਮੁਦਰਾਕਸ਼ ਡਰਾਮਾ ਹੈ ਇਹ ਸੰਸਕ੍ਰਿਤ ਲੈਂਗੁਏਜ ਦੇ ਵਿੱਚ ਲਿਖਿਆ ਗਿਆ ਸੀ। ਸੰਸਕ੍ਰਿਤ ਲੈਂਗੁਏਜ ਦੇ ਵਿੱਚ ਇਹ ਕੀ ਸੀਗਾ? ਇੱਕ ਪਲੇ ਸੀਗਾ ਜੋ ਰਿਪਰੈਜ਼ੈਂਟ ਕਰਦਾ ਵਾ ਚੰਦਰਗੁਪਤ ਮੌਰੀਆ, ਜੋ ਗੁਪਤ ਡਾਇਨੈਸਟੀ ਦੇ ਕਿੰਗ ਸੀ। ਉਹਨਾਂ ਦੀ ਜੋ ਵੀ ਪਾਵਰ ਸੀਗੀ ਇੰਡੀਆ ਦੇ ਵਿੱਚ, ਉਹਨਾਂ ਦੇ ਜੋ ਵਿਕਟਰੀ ਸੀ, ਉਹਨਾਂ ਨੂੰ ਰਿਪਰੈਜ਼ੈਂਟ ਕਰਦਾ। ਕਿਹੜੇ ਕਿੰਗ ਦੀਆਂ? ਚੰਦਰਗੁਪਤ ਮੌਰੀਆ, ਜੋ ਕਿ ਗੁਪਤ ਡਾਇਨੈਸਟੀ ਦੇ ਨਾਲ ਸੰਬੰਧ ਰੱਖਦੇ ਸੀ। ਤੁਸੀਂ ਦੱਸਣਾ ਕਮੈਂਟ ਸੈਕਸ਼ਨ ਦੇ ਅੰਦਰ ਕਿ ਗੁਪਤ ਡਾਇਨੈਸਟੀ ਦੇ ਇਹ ਕਿੰਨਵੇਂ ਕਿੰਗ ਸੀ, ਕਿੰਨਵੇਂ ਨੰਬਰ ਵਾਲੇ ਕਿੰਗ ਸੀ। द इलाहाबाद पिलर इंस्क्रिप्शन वाज कंपोज्ड बाय। जो इलाहाबाद पिलर की इंस्क्रिप्शन आ किस द्वारा कंपोज की गई? इसका राइट आंसर है हरी सेन। फ्रेंड जो हरी सेन सीगे ये फेमस पोइट सीगे जो कि गुप्त डायनास्टी के सैकेंड किंग सीगे समुंदर गुप्त। उन्होंने दे दरबार दे विच समुंदर गुप्त जो कि गुप्त डायनास्टी के सैकेंड सम्राट सीगे, उन्होंने दे दरबार दे विच फेमस पोइट सी हरी सेन। उन्होंने इंस्क्रिप्शन को कंपोज किया। इस दे विच उन्होंने डिस्क्राइब किया सीगा समुंदर गुप्त की जो ब्रेवरी है, उन्होंने जो भी किंगडम के टाइम पीरियड के दौरान जो भी विक्टरीज रही उन्होंने सारिया चीज़ों के बारे। समुंदर गुप्त का टाइम पीरियड सी 335 AD तो 380 AD तक। गुप्त डायनास्टी के जो फस्ट किंग सीगे, पहले सम्राट सीगे चंद्रगुप्त मौर्य सीगे, चंद्रगुप्त पहला। इन्हों का टाइम पीरियड सी 319 तो 334 AD। पूरी गुप्त डायनास्टी का जो टाइम पीरियड सी 319 AD तो 540 AD तक रहा। एंड जो समुंदर गुप्त है इसनों नेपोलियन ऑफ इंडिया भी बोलिया जाता। याद रखना, नेपोलियन ऑफ इंडिया किन्हों बोलिया जाता है? समुंदर गुप्त नूं। अज दे लई फ्रेंड्स इन्ना ही। अज अपना लास्ट क्वेश्चन सीगा। अगर तुहानूं वीडियो अच्छी लगे तो इसनूं लाइक करना, शेयर करना, चैनल को सबसक्राइब भी कर देना। मिलते हैं आप ऐसे किसी नैक्सट वीडियो के अंदर। थैंक यू फॉर वॉचिंग।